ਧੰਨ ਵਾਹਿਗੁਰੂ ਜੀ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਹਰ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ। ਨਾਮ ਤੇਰੋ ਆਰਤੀ ਮਜਨ ਮੁਰਾਰੇ। ਹਰ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ। ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ। ਨਾਮ ਤੇਰਾ ਕੇਸਰੋ ਲੈ ਛਿਟਕਾਰੇ। ਨਾਮ ਤੇਰਾ ਅੰਬੁਲਾ ਨਾਮ ਤੇਰੋ ਚੰਦਨੋ। ਘਾਸ ਜਪੇ ਨਾਮ ਲੈ ਤੁਝੈ ਕਉ ਚਾਰੇ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ। ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ। ਭਇਓ ਉਜਿਆਰੋ ਭਵਨ ਸਗਲਾਰੇ। ਨਾਮ ਤੇਰੋ ਤਾਗਾ ਨਾਮ ਫੂਲ ਮਾਲਾ। ਭਾਰ 18 ਸਗਲ ਜੂਠਾਰੇ। ਤੇਰੋ ਕੀਆ ਤੁਝੈ ਕਿਆ ਅਰਪਉ। ਨਾਮ ਤੇਰਾ ਤੂੰ ਹੀ ਚਵਰ ਟੋਲਹਾਰੇ। 10 ਅਠਾ 8 ਸਠੇ ਚਾਰੇ ਖਾਣੀ। ਇਹ ਹੈ ਵਰਤਣ ਹੈ ਸਗਲ ਸੰਸਾਰੇ। ਕਹਿ ਰਵਿਦਾਸ ਨਾਮ ਤੇਰੋ ਆਰਤੀ। ਸਤ ਨਾਮ ਹੈ ਹਰ ਭੋਗ ਤੁਹਾਰੀ। ਕਹਿ ਰਵਿਦਾਸ ਨਾਮ ਤੇਰੋ ਆਰਤੀ। ਸਤ ਨਾਮ ਹੈ ਹਰ ਭੋਗ ਤੁਹਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਬੜੇ ਪ੍ਰੇਮ ਸਹਿਤ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਉਪਰੰਤ ਆਪ ਜੀ ਨੇ ਦਾਸ ਪਾਸੋਂ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਰਾਗ ਧਨਾਸਰੀ ਦੇ ਵਿੱਚੋਂ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 694 ਉੱਪਰ ਦਰਜ ਹੈ, ਪਾਠ ਦੇ ਰੂਪ ਵਿੱਚ ਸ਼ਰਵਣ ਕੀਤਾ ਹੈ। ਇਸ ਰਾਗ ਵਿੱਚ ਭਗਤ ਜੀ ਦੇ ਕੁੱਲ 3 ਸ਼ਬਦ ਹਨ ਔਰ ਇਹ ਕ੍ਰਮ ਅੰਕਮ ਅਨੁਸਾਰ ਇਹ ਤੀਸਰਾ ਸ਼ਬਦ ਹੈ। ਇਸ ਮੁਬਾਰਕ ਸ਼ਬਦ ਦੇ ਅੰਦਰ ਇੱਕ ਖਾਸ ਸ਼ਬਦ ਦੀ ਵਰਤੋਂ ਬਾਰ-ਬਾਰ ਕੀਤੀ ਗਈ ਹੈ, ਉਹ ਹੈ ਆਰਤੀ। ਭਾਰਤੀ ਸਰਗੁਣ ਧਾਰਾ ਵਿੱਚ ਸਰਗੁਣ ਤੋਂ ਭਾਵ ਹੈ ਕੋਈ ਦ੍ਰਿਸ਼ਟਮਾਨ ਵਸਤੂ ਨੂੰ, ਵਿਖਾਈ ਦੇਣ ਵਾਲੀ ਚੀਜ਼ ਨੂੰ, ਭਾਵ ਕਿਸੇ ਮੂਰਤੀ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਭਗਵਾਨ ਮਿੱਥ ਕੇ ਜਾਂ ਭਗਵਾਨ ਦਾ ਖਾਸ ਰੂਪ ਮਿੱਥ ਕੇ ਉਸ ਦੀ ਭਗਵਾਨ ਵਜੋਂ ਪੂਜਾ ਕਰਨੀ। ਤੇ ਉਸ ਪੂਜਾ ਵਿਧੀ ਵਿਧਾਨ ਦੇ ਵਿੱਚ ਇੱਕ ਖਾਸ ਵਿਧੀ ਹੈ ਆਰਤੀ ਕਰਨੀ। ਵੈਸੇ ਸੰਸਕ੍ਰਿਤ ਦਾ ਸ਼ਬਦ ਹੈ ਅਰਾਤਰਿਕ। ਇਸ ਦਾ ਇੱਕ ਭਾਵ ਵਿਦਵਾਨਾਂ ਨੇ ਦੱਸਿਆ
ਵੀ ਅਰਾਤਰਿਕ ਸ਼ਬਦ ਜਿਹੜਾ ਸਫ਼ਰ ਕਰਦਾ ਕਰਦਾ ਸੰਸਕ੍ਰਿਤ ਤੋਂ ਅਪਭ੍ਰੰਸ਼ ਵਿੱਚ ਆਇਆ ਅਤੇ ਆਰਤੀ ਬਣ ਗਿਆ, ਕਿਉਂਕਿ ਸ਼ਬਦ ਵੀ ਸਫ਼ਰ ਕਰਦੇ ਨੇ। ਦੂਜੀ ਭਾਸ਼ਾ ਜਦੋਂ ਚਲੇ ਜਾਂਦੇ ਨੇ ਇਹਨਾਂ ਦਾ ਰੂਪ ਰੰਗ ਵੱਟ ਜਾਂਦਾ ਹੈ। ਤਾਂ ਅਰਾਤਰਿਕ ਸ਼ਬਦ ਦਾ ਅਰਥ ਹੈ ਕਿ ਬਿਨਾਂ ਹਨੇਰੇ ਤੋਂ, ਬਿਨਾਂ ਰਾਤ ਤੋਂ ਵੀ ਦੀਵੇ ਜਗਾ ਕੇ ਆਪਣੇ ਇਸ਼ਟ ਦੀ ਪੂਜਾ ਕਰਨੀ। ਚੇਤੇ ਵਿੱਚ ਰੱਖਣਾ, ਇਹ ਸਰਗੁਣ ਧਾਰਾ ਦੇ ਵਿੱਚ ਇਹ ਵਿਧੀ ਹੈ। ਅਸੀਂ ਅੱਗੇ ਜਾ ਕੇ ਜ਼ਿਕਰ ਕਰਾਂਗੇ ਵੀ ਗੁਰਮਤਿ ਦਾ ਇਹਦੇ ਪ੍ਰਤੀ ਕੀ ਦ੍ਰਿਸ਼ਟੀਕੋਣ ਹੈ ਤੇ ਕੀ ਖਿਆਲ ਹੈ। ਦੂਜਾ ਇਸ ਦਾ ਇੱਕ ਭਾਵ ਕੱਢਿਆ ਜਾਂਦਾ ਹੈ, ਆਤੁਰ। ਇਸ ਦਾ ਭਾਵ ਹੈ ਵੀ ਬੜੀ ਆਜ਼ਜ਼ੀ ਦੇ ਨਾਲ, ਬੜੀ ਮਿੰਨਤ ਦੇ ਨਾਲ ਕੁਝ ਗਾ ਕੇ ਆਪਣੇ ਭਗਵਾਨ ਇਸ਼ਟ ਦੇ ਕੋਲੋਂ ਆਪਣੇ ਦੁੱਖਾਂ ਨੂੰ ਦੂਰ ਕਰਨ ਵਾਸਤੇ ਬੇਨਤੀ ਅਰਜ਼ੋਈ ਕਰਨੀ, ਅਤੇ ਉਹ ਵਿਧੀ ਦੇ ਮੁਤਾਬਕ ਕਰਨੀ। ਉਹਨੂੰ ਇਸ ਤਰ੍ਹਾਂ ਕਹਿੰਦੇ ਨੇ। ਜਿਨ੍ਹਾਂ ਨੇ ਪੂਜਾ ਵਿਧੀ ਨੂੰ ਅਪਣਾਇਆ ਹੈ ਉਹਨਾਂ ਨੇ ਖਾਸ ਵਿਧੀ ਹੈ ਵੀ ਜਿਹੜੀ ਭਗਵਾਨ ਦੀ, ਤਿੰਨਾਂ ਦੇ ਮੁਤਾਬਕ ਜੋ ਭਗਵਾਨ ਦੀ ਮੂਰਤੀ ਹੈ ਉਸ ਦੀ ਪੂਜਾ ਕਰਦਿਆਂ ਹੋਇਆਂ 1 ਤੋਂ 100 ਤੱਕ ਦੀਵੇ ਜਗਾ ਕੇ, ਜਿੰਨੀ ਮਰਜ਼ੀ ਗਿਣਤੀ ਚੋਣ, 1 ਤੋਂ 100 ਤੱਕ ਦੀਵੇ ਖਾਸ ਤਰੀਕੇ ਨਾਲ ਜਗਾ ਕੇ, ਮੰਨ ਲਓ ਜਿਵੇਂ ਥਾਲ 'ਚ ਰੱਖੇ ਨੇ, ਹੋਰ ਵੀ ਕਈ ਤਰੀਕਿਆਂ ਨਾਲ ਜਗਾਏ ਜਾਂਦੇ ਨੇ, ਦੀਵੇ ਜਗਾ ਕੇ ਤੇ ਉਹਨਾਂ ਦੇ ਵਿੱਚ ਫੁੱਲ ਪੱਤੀਆਂ ਆਦਿਕ ਰੱਖੀਆਂ ਜਾਂਦੀਆਂ ਨੇ, ਸੁਗੰਧੀ ਵਾਲਾ ਤੇਲ ਜਾਂ ਘਿਓ ਆਦਿਕ ਪਾਇਆ ਜਾਂਦਾ ਹੈ। ਉਹਨਾਂ ਦੀਵਿਆਂ ਨੂੰ ਬਾਲ ਕੇ ਫਿਰ ਉਹ ਇਸ਼ਟ ਦੇ ਅੱਗੇ ਉਸ ਥਾਲ ਨੂੰ ਜਾਂ ਉਸ ਚੀਜ਼ ਨੂੰ ਜਿਹਦੇ ਵਿੱਚ ਉਹ ਦੀਵੇ ਟੰਗੇ ਹੋਏ ਨੇ ਉਹਨੂੰ ਘੁਮਾਇਆ ਜਾਂਦਾ ਹੈ। ਅਤੇ ਉਹਦੇ ਵਿੱਚ ਜ਼ਿਕਰ ਹੈ ਵੀ 3 ਵਾਰ ਇਸ਼ਟ ਦੇ ਚਰਨਾਂ ਅੱਗੇ, 2 ਵਾਰ ਉਸ ਦੀ ਨਾਭੀ ਯਾਨੀ ਕਿ ਵਿਚਕਾਰ, 1 ਵਾਰ ਉਸ ਦੇ ਚਿਹਰੇ ਅੱਗੇ, ਉਸ ਦੇ ਮੁੱਖ ਅੱਗੇ, ਅਤੇ ਕੁੱਲ 7 ਵਾਰ ਉਸ ਦੀ ਸਾਰੀ ਮੂਰਤੀ ਦੇ ਆਲੇ ਦੁਆਲੇ ਜਿਹੜਾ ਹੈ ਉਸ ਨੂੰ ਘੁਮਾਉਣ ਦੀ ਵਿਧੀ ਹੈ। ਵੈਸੇ ਹਰ ਦੇਵੀ ਦੇਵਤੀ ਦੀ ਆਰਤੀ ਕਰਨ ਦਾ ਇੱਕ ਵੱਖਰਾ ਵੱਖਰਾ ਤਰੀਕਾ ਹੈ। ਭਜਨ ਵੀ ਵੱਖਰੇ ਵੱਖਰੇ ਨੇ, ਗੀਤ ਵੀ ਵੱਖਰੇ ਵੱਖਰੇ ਨੇ, ਮੰਤਰ ਸਲੋਕ ਵੱਖਰੇ ਵੱਖਰੇ ਨੇ, ਚੀਜ਼ਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਪੂਜਾ ਲਈ ਚਾਹੀਦੀਆਂ ਨੇ, ਆਰਤੀ ਵੇਲੇ ਚਾਹੀਦੀ, ਉਹ ਵੀ ਵੱਖਰੀਆਂ ਵੱਖਰੀਆਂ। ਪਰ ਇਹ ਕੁਝ ਬੇਸਿਕ ਚੀਜ਼ਾਂ ਨੇ ਜਿਹੜੀਆਂ ਲਿਖਤ ਵਿੱਚ ਆਈਆਂ। ਇਸ ਤਰ੍ਹਾਂ ਆਰਤੀ ਕਰਨ ਦਾ ਵਿਧਾਨ ਹੈ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਮੰਦਰਾਂ ਦੇ ਵਿੱਚ ਆਰਤੀ ਹੁੰਦੀ ਆਮ ਹੀ ਵੇਖੀ ਸੀ। ਉੱਥੇ ਆਰਤੀ ਦੇ ਸਮੇਂ ਚੰਦਨ ਵਰਤਿਆ ਜਾਂਦਾ ਸੀ। ਚੰਦਨ ਨੂੰ ਇੱਕ ਸਿੱਲ ਦੇ ਉੱਤੇ, ਜਿਹਨੂੰ ਉਰਸਾ ਕਹਿੰਦੇ ਸਨ, ਰਗੜ ਕੇ ਉਹਨੂੰ ਫਿਰ ਇੱਕ ਤਾਂ ਪੰਡਤ ਆਪਣੇ ਮੱਥੇ 'ਤੇ ਲੇਪ ਲਾਉਂਦਾ ਸੀ, ਇੱਕ ਉਹਦੀ ਸੁਗੰਧੀ ਵਾਲੀ ਚੀਜ਼ ਦਾ ਛਿੜਕਾਓ ਕੀਤਾ ਜਾਂਦਾ ਸੀ ਮੂਰਤੀ ਦੇ ਉੱਤੇ, ਥੋੜ੍ਹਾ ਥੋੜ੍ਹਾ ਕਰਕੇ। ਇਹਦੇ ਨਾਲ ਫੁੱਲ ਪੱਤੀਆਂ ਆਦਿਕ ਹੋਰ ਕਈ ਬਨਸਪਤੀ ਦੀਆਂ ਸੋਹਣੀਆਂ ਸੋਹਣੀਆਂ ਜਿਹੜੀਆਂ ਅਲਾਓ ਕਰਦੇ ਨੇ, ਉਹ ਜਿਨ੍ਹਾਂ ਨੂੰ ਚੰਗਾ ਮੰਨਦੇ ਨੇ, ਉਹ ਚੀਜ਼ਾਂ ਦੇ ਪੱਤੇ ਜਿਹੜੇ ਸਨ ਉਹ ਥਾਲ ਵਿੱਚ ਸਜਾਏ ਜਾਂਦੇ ਸਨ। ਫੁੱਲਾਂ ਦੀ ਵਰਖਾ ਕੀਤੀ ਜਾਂਦੀ ਸੀ, ਸ਼ੰਖ ਵੱਜਦੇ ਸਨ, ਹੋਰ ਸਾਜ਼ ਵਜਾਉਂਦਿਆਂ ਭੇਰੀਆਂ ਤੇ ਨਾਦ ਵਜਾ ਕੇ ਫਿਰ ਨਾਲ ਭਜਨ ਗਾਇਆ ਜਾਂਦਾ ਸੀ, ਅਤੇ ਨਾਲ ਉਹ ਦੀਵਿਆਂ ਵਾਲੀ ਥਾਲੀ ਖਾਸ ਵਿਧੀ ਮੁਤਾਬਕ ਘੁਮਾਈ ਜਾਂਦੀ ਸੀ। ਇਹ ਸਾਰਾ ਇੱਕ ਪੂਰਾ ਵਿਧੀ ਵਿਧਾਨ ਸਾਹਿਬ ਸਤਿਗੁਰੂ ਗੁਰੂ ਨਾਨਕ ਮਹਾਰਾਜ ਨੇ ਭਾਰਤ ਦੇ ਹੋਰ ਮੰਦਰਾਂ ਵਿੱਚ ਵੀ ਵੇਖਿਆ। ਅਤੇ ਜਗਨਨਾਥਪੁਰੀ ਦੀ ਆਰਤੀ ਬੜੀ ਮਸ਼ਹੂਰ ਸੀ। ਪੁਰੀ ਨਗਰ ਦਾ ਨਾਮ ਹੈ, ਜਗਨਨਾਥ ਉਸ ਮੰਦਰ ਦਾ ਨਾਮ ਹੈ, ਭਗਵਾਨ ਉਹ ਮੂਰਤੀ ਦਾ ਜਿਹਦੇ ਨਾਂ 'ਤੇ ਉਹ ਮੰਦਰ ਹੈ। ਇਸ ਕਰਕੇ ਇਕੱਠਾ ਕਹਿੰਦੇ ਨੇ ਜਗਨਨਾਥਪੁਰੀ। ਕਟਕ ਵਿੱਚ, ਉੜੀਸਾ ਦੇ ਕਟਕ ਜ਼ਿਲ੍ਹੇ ਵਿੱਚ, ਬਿਲਕੁਲ ਸਮੁੰਦਰ ਦੇ ਕੰਢੇ ਦੇ ਉੱਤੇ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਉੱਥੇ ਇਹ ਉਪਦੇਸ਼ ਬਖਸ਼ਿਆ ਜੋ ਆਪਾਂ ਰੋਜ਼ ਪੜ੍ਹਦੇ ਹਾਂ ਸੋਹਲੇ ਦੀ ਬਾਣੀ ਦੇ ਵਿੱਚ। ਔਰ ਇਹੀ ਸ਼ਬਦ ਜਿਹੜਾ ਹੈ ਆਰਤੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਗ ਧਨਾਸਰੀ ਵਿੱਚ ਵੀ ਦਰਜ ਹੈ। ਔਰ ਧਿਆਨ ਰੱਖਣ ਯੋਗ ਉੱਥੇ ਕੇਵਲ ਇੱਕੋ ਸ਼ਬਦ ਆਰਤੀ ਦੇ ਸਿਰਲੇਖ ਥੱਲੇ ਦਰਜ ਹੈ। ਉਹ ਕਿਹੜਾ ਸ਼ਬਦ ਹੈ? ਗਗਨ ਮੈ ਥਾਲ ਰਵ ਚੰਦ ਦੀਪਕ ਬਨੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹੱਤਾ ਸ਼ਬਦਵਾ ਜੰਤ ਭੇਰੀ ਰਹਾਓ। ਹੁਣ ਇਹ ਸ਼ਬਦ ਵਿੱਚ ਸਤਿਗੁਰੂ ਨੇ ਸਮਝਾਇਆ ਹੈ, ਕਿਉਂਕਿ ਇਹ ਹੁਣ
ਧਾਰਾ ਤੋਂ ਨਿਰਗੁਣ ਧਾਰਾ, ਜਿਹਨੂੰ ਆਪਾਂ ਨਿਰਗੁਣ ਧਾਰਾ ਦਾ ਮਤਲਬ ਹੈ ਵੀ ਪਰਮੇਸ਼ਰ ਦਾ ਰੂਪ ਰੰਗ ਆਕਾਰ ਕੋਈ ਨਹੀਂ, ਪਰ ਇਹ ਸਾਰੀ ਕਾਇਨਾਤ ਦੇ ਰੂਪ ਰੰਗ ਆਕਾਰ ਪਰਮੇਸ਼ਰ ਦੇ ਹੀ ਨੇ। ਹਰ ਸ਼ੈ ਦੇ ਵਿੱਚ ਉਹਦਾ ਆਪਣਾ ਅਕਾਲ ਪੁਰਖ ਦਾ ਬਿੰਬ, ਵਾਹਿਗੁਰੂ ਦੀ ਜੋਤ ਟਿਕੀ ਹੋਈ ਹੈ। ਇਸ ਲਈ ਸਾਰੀ ਕੁਦਰਤ ਦੇ ਰੂਪ ਨਾ ਕੋਈ ਖਾਸ ਹੈ ਨਾ ਕੋਈ ਆਮ, ਸਭ ਉਹਦੇ ਹੀ ਨੇ। ਇਸੇ ਕਰਕੇ ਤੁਸੀਂ ਅਗਲੇ ਬਚਨ ਜਦੋਂ ਪੜ੍ਹਦੇ ਹੋ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਉਹਦੀ ਆਪਣੀ ਇੱਕ ਵੀ ਅੱਖ ਨਹੀਂ ਜਿਹੜੀ ਕਿਹਾ ਜਾ ਸਕੇ ਵੀ ਇਹ ਭਗਵਾਨ ਦੀ ਅੱਖ ਹੈ। ਪਰ ਆ ਜਿੰਨੀਆਂ ਸੰਸਾਰ ਦੇ ਮਨੁੱਖਾਂ ਦੀਆਂ, ਪਸ਼ੂਆਂ, ਪੰਛੀਆਂ, ਜਿੰਨੀਆਂ ਵੀ ਅੱਖਾਂ ਨੇ ਜਿਨ੍ਹਾਂ ਨਾਲ ਜੀਵ ਤੱਕਦੇ ਨੇ, ਸਾਰ ਉਹਦੀਆਂ ਹੀ ਨੇ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕੋ, ਸਹਸ ਮੂਰਤ ਨਨਾਇਕ, ਤੇ ਉਹਦੀ ਖਾਸ ਕੋਈ ਮੂਰਤ ਨਹੀਂ ਜਿੱਥੋਂ ਕਿਹਾ ਜਾਵੇ ਭਗਵਾਨ ਇਹੋ ਜਿਹਾ। ਪਰ ਜਿੰਨੇ ਸੰਸਾਰ ਦੇ ਚਿਹਰੇ ਨੇ, ਜੀਵਾਂ ਦੇ, ਜੰਤੂਆਂ ਦੇ, ਜਿੰਨੀਆਂ ਵੀ ਤੁਹਾਨੂੰ ਆ ਰੂਪ ਰੰਗ, ਇਹ ਸਭ ਉਹਦੇ ਹੀ ਚਿਹਰੇ ਨੇ, ਇਹ ਸਭ ਉਹਦੀਆਂ ਹੀ ਮੂਰਤਾਂ ਨੇ। ਤੋ ਇਹ ਭਾਵ ਸਤਿਗੁਰੂ ਮਹਾਰਾਜ ਨੇ ਪ੍ਰਗਟ ਕੀਤਾ। ਇਹਦਾ ਭਾਵ ਇਹ ਹੈ ਵੀ ਪਰਮੇਸ਼ਰ ਦਾ ਕੋਈ ਖਾਸ ਚੱਕਰ, ਚੇਨ, ਰੂਪ ਰੰਗ, ਆਕਾਰ ਆਦਿਕ ਨਹੀਂ ਹੈ, ਉਹਨੂੰ ਮਿਥਿਆ ਨਹੀਂ ਜਾ ਸਕਦਾ। ਜਪਜੀ ਸਾਹਿਬ ਦੀ ਬਾਣੀ 'ਚ ਮਹਾਰਾਜ ਨੇ ਫਰਮਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਕਿ ਉਹਨੂੰ ਮੂਰਤੀ ਵਾਂਗ ਜਾਂ ਕਿਸੇ ਖਾਸ ਢੰਗ ਨਾਲ ਸਥਾਪਨ ਨਹੀਂ ਕੀਤਾ, ਨਾ ਤੁਸੀਂ ਉਹਨੂੰ ਘੜ ਸਕਦੇ। ਹੁਣ ਕੀ ਮੂਰਤੀ ਘੜਨ ਵਾਲਾ ਆ ਕੇ ਮੈਂ ਭਗਵਾਨ ਬਣਾਇਆ? ਕਿ ਅਸੀਂ ਭਗਵਾਨ ਬਣਾ ਸਕਦੇ ਹਾਂ? ਅਸੀਂ ਪਰਮੇਸ਼ਰ ਘੜ ਸਕਦੇ ਹਾਂ? ਜਿਹਨੂੰ ਅਸੀਂ ਸ੍ਰਿਸ਼ਟੀ ਦਾ ਕਰਤਾ ਕਹਿੰਦੇ ਹਾਂ, ਜਿਹਨੂੰ ਅਸੀਂ ਸੰਸਾਰ ਦਾ ਸਿਰਜਕ ਕਹਿੰਦੇ ਹਾਂ, ਜਿਸ ਨੂੰ ਅਸੀਂ ਇਹ ਕਹਿੰਦੇ ਵੀ ਉਹ ਅਜੂਨੀ ਹੈ, ਜੂਨਾ 'ਚ ਨਹੀਂ ਆਉਂਦਾ, ਜਿਹਨੂੰ ਅਸੀਂ ਕਹਿੰਦੇ ਵੀ ਉਹ ਜੰਮਦਾ ਮਰਦਾ ਨਹੀਂ, ਜਿਹਨੂੰ ਅਸੀਂ ਕਹਿੰਦੇ ਹਾਂ ਵੀ ਉਹ ਸਮੇਂ ਦੇ ਪ੍ਰਭਾਵ ਥੱਲੇ ਨਹੀਂ, ਕੀ ਉਹਨੂੰ ਅਸੀਂ ਘੜ ਸਕਦੇ ਹਾਂ? ਫਿਰ ਜਿਹੜੇ ਸਮੇਂ ਦੇ ਪ੍ਰਭਾਵ ਅਧੀਨ ਆ, ਜਿਹੜੇ ਜੰਮਦੇ ਮਰਦੇ ਆ, ਜਿਹੜੇ ਦੁੱਖਾਂ ਮੁਸੀਬਤਾਂ 'ਚ ਗਰਸੇ ਜਾਂਦੇ ਆ, ਕੀ ਸਾਡਾ ਬਣਾਇਆ ਹੋਇਆ ਭਗਵਾਨ ਪਰਫੈਕਟ ਹੋਏਗਾ? ਤੋ ਗੁਰੂ ਮਹਾਰਾਜ ਨੇ ਇਸ ਕਰਕੇ ਫਰਮਾਇਆ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਤੋ ਸਤਿਗੁਰੂ ਪਾਤਸ਼ਾਹ ਨੇ ਬਾਣੀ ਵਿੱਚ ਇਸ ਬਾਰੇ ਬਹੁਤ ਤਫਸੀਲ ਨਾਲ, ਜਿਹਨੂੰ ਆਪਾਂ ਕਹਿੰਦੇ ਵੀ ਵਿਆਖਿਆ ਸਹਿਤ ਸਤਿਗੁਰੂ ਨੇ ਬਚਨ, ਸਰਗੁਣ ਨਿਰਗੁਣ ਥਾਪੇ ਨਾਉ ਇਤਿਆਦਿ ਦੀ ਵਿਆਖਿਆ ਵੀ ਬਹੁਤ ਲੰਬੀ ਚੌੜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ। ਪਰ ਸਾਡੇ ਸ਼ਬਦ ਨਾਲ ਰਲਦਾ ਮਿਲਦਾ ਭਾਵ ਤੱਤ ਇਹ ਹੈ ਕਿ ਭਗਤ ਜੀ ਨੇ ਇੱਥੇ ਕਿਸੇ ਮੂਰਤੀ ਦੀ ਉਪਾਸਨਾ ਜਾਂ ਪੂਜਾ ਦਾ ਜ਼ਿਕਰ ਨਹੀਂ ਕੀਤਾ, ਬਲਕਿ ਉਹਦਾ ਖੰਡਨ ਕੀਤਾ। ਐਸੀ ਕਰਮਕਾਂਡੀ ਆਰਤੀ ਨੂੰ ਕੋਈ ਮਾਨਤਾ ਨਹੀਂ ਦਿੱਤੀ, ਬਲਕਿ ਇੱਥੇ ਆਰਤੀ ਦੀ ਇੱਕ ਵੱਖਰੀ ਵਿਧੀ ਬਿਆਨ ਕੀਤੀ ਹੈ। ਉਹ ਵਿਧੀ ਪ੍ਰੇਮਾ ਭਗਤੀ ਦੀ ਹੈ, ਬਾਕੀ ਕਰਮਕਾਂਡ ਦੀ ਹੈ। ਕਰਮਕਾਂਡ ਨੂੰ ਭਗਤੀ ਮਾਰਗ ਵਿੱਚ ਮਾਨਤਾ ਨਹੀਂ। ਪ੍ਰੇਮਾ ਭਗਤੀ ਦੇ ਮਾਰਗ ਦੇ ਵਿੱਚ ਕਰਮ, ਹਠ, ਜੋਗ, ਇਹਨਾਂ ਚੀਜ਼ਾਂ ਦਾ ਕੋਈ ਅਰਥ ਨਹੀਂ ਹੈ। ਇੱਥੇ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਪ੍ਰੇਮ ਵਿੱਚ ਜੀਣਾ ਹੈ, ਹੁਕਮ ਵਿੱਚ ਜੀਣਾ ਹੈ, ਭਾਣੇ ਵਿੱਚ ਜੀਣਾ ਹੈ, ਉਹਦੇ ਗੁਣਾਂ, ਉਹਦੀ ਬੰਦਗੀ ਵਿੱਚ ਜੀਣਾ ਹੈ, ਸਰਬੱਤ ਦਾ ਭਲਾ ਲੋਚਣਾ ਹੈ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ ਆਪਣੇ ਆਪ ਨੂੰ ਪਾਵਨ ਪਵਿੱਤਰ ਰੱਖਣਾ ਹੈ। ਇੱਥੇ ਜੀਵਨ ਇੱਕ ਵੱਖਰੇ ਕਿਸਮ ਦਾ ਹੈ। ਕਿਵੇਂ ਸਚਿਆਰਾ ਹੋਈ ਹੈ, ਕਿਵੇਂ ਕੂੜਾ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਅਸੀਂ ਇਹ ਸ਼ਬਦ ਵੀ ਪੜ੍ਹਦੇ ਹਾਂ ਭਗਤ ਸੈਣ ਜੀ ਦਾ, ਧੂਪ ਦੀਪ ਘ੍ਰਿਤ ਸਾਜ ਆਰਤੀ। ਕਈ ਵਾਰ ਸਾਨੂੰ ਲੱਗਦਾ ਇੱਕ ਪੰਕਤੀ ਆਪਾਂ ਲੈ ਲਈਏ ਤੇ ਸਾਨੂੰ ਲੱਗਦਾ ਵੀ ਭਗਤ ਜੀ ਵਕਾਲਤ ਕਰ ਰਹੇ ਨੇ, ਹੱਕ ਵਿੱਚ ਨੇ, ਵੀ ਧੂਪ ਲਾ ਕੇ, ਦੀਪ ਦੀਵਾ ਜਗਾ ਕੇ, ਘ੍ਰਿਤ ਘਿਓ ਵਾਲਾ ਦੀਵਾ ਜਗਾ ਕੇ, ਇਵੇਂ ਸਾਜ ਕੇ ਇਹਨਾਂ ਨੂੰ ਤੇ ਆਰਤੀ ਕਰੋ। ਨਹੀਂ, ਉਹਨਾਂ ਦਾ ਭਾਵ ਹੈ ਧੂਪ ਦੀਪ ਘ੍ਰਿਤ ਸਾਜ ਆਰਤੀ ਵਾਰ ਨੇ ਜਾਓ ਕਮਲਾਪਤੀ। ਪਰਮੇਸ਼ਰ ਤੋਂ ਸਦਕੇ ਜਾਣਾ ਹੀ ਧੂਪ ਜਗਾ ਕੇ, ਘਿਓ ਵਾਲੇ ਦੀਵੇ ਜਗਾ ਕੇ ਆਰਤੀ ਕਰਨ ਬਰਾਬਰ ਹੈ। ਮੇਰੇ ਲਈ ਉਹ ਤੋਂ ਸਦਕੇ ਕੁਰਬਾਨ ਜਾਣਾ ਹੀ ਮੇਰੀ ਆਰਤੀ ਹੈ, ਘਿਓ ਦੇ ਦੀਵਿਆਂ ਵਾਲੀ। ਇਸ ਤਰ੍ਹਾਂ ਦੇ ਬਹੁਤ ਸਾਰੇ ਵਾਕੰਸ਼ ਗੁਰੂ ਗ੍ਰੰਥ ਸਾਹਿਬ ਵਿੱਚ ਉਦਾਹਰਨਾਂ ਸਹਿਤ ਇਸ ਤਕਨੀਕ ਦੇ ਆਉਂਦੇ ਨੇ। ਤੋ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ। ਹਜ਼ੂਰ ਕਹਿੰਦੇ, ਨਾਮ ਤੇਰੋ ਆਰਤੀ ਮੱਜਨ ਮੁਰਾਰੇ। ਹੇ ਮੇਰੇ ਮਾਲਕ ਵਾਹਿਗੁਰੂ, ਤੇਰਾ ਨਾਮ ਭਾਵ ਤੇਰੀ ਯਾਦ, ਤੇਰੇ ਹੋਣ ਦਾ ਅਹਿਸਾਸ ਹੀ ਮੇਰੇ ਲਈ ਅਸਲ ਆਰਤੀ ਹੈ। ਹਰ ਜਗ੍ਹਾ ਤੇ ਮੈਂ ਤੈਨੂੰ ਮਹਿਸੂਸ ਕਰਦਾ, ਇਹੀ ਮੇਰੀ ਆਰਤੀ।
ਤੇ ਦੂਜਾ ਸ਼ਬਦ ਵਰਤਿਆ ਮੱਜਨ। ਮੱਜਨ ਕਹਿੰਦੇ ਹਨ ਇਸ਼ਨਾਨ ਨੂੰ। ਤੀਰਥਾਂ ਦਾ ਇਸ਼ਨਾਨ ਵੀ ਮੇਰੇ ਵਾਸਤੇ ਇਹੋ ਹੀ ਹੈ। ਤੇਰੀ ਬਖਸ਼ਿਸ਼ ਹਾਸਲ ਕਰਨ ਲਈ, ਤੇਰੀ ਨਜ਼ਰ ਵਿੱਚ ਪ੍ਰਵਾਨ ਚੜ੍ਹਨ ਲਈ, ਤੇਰੇ ਨਾਲ ਸਾਂਝ ਬਣਾਉਣ ਲਈ ਮੈਨੂੰ ਕਿਸੇ ਖਾਸ ਤੀਰਥ ਤੇ ਨਹੀਂ ਜਾਣਾ ਪੈਂਦਾ। ਜਿੱਥੇ ਵੀ ਮੈਂ ਤੈਨੂੰ ਮੈਂ ਵੇਖਦਾ, ਮਹਿਸੂਸ ਕਰਦਾ ਹਾਂ, ਉੱਥੇ ਹੀ ਤੂੰ ਮੌਜੂਦ ਹੁੰਦਾ। ਬਾਣੀ ਦਾ ਇਹ ਵਾਕ ਆਪਾਂ ਚੇਤੇ ਰੱਖੀਏ, ਤੂੰ ਸਭਨੀ ਥਾਈਂ ਜਿੱਥੇ ਹੋ ਜਾਈ, ਸੱਚਾ ਸਿਰਜਣਹਾਰ ਜੀਓ। ਫਿਰ ਕਹਿੰਦੇ ਨੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਹੇ ਮੇਰੇ ਮਾਲਕ ਜੀ, ਤੇਰੇ ਨਾਮ ਤੋਂ ਬਿਨਾਂ ਬਾਕੀ ਸਾਰੇ ਪਾਸਾਰੇ। ਪਾਸਾਰੇ ਦਾ ਮਤਲਬ ਹੈ ਕਰਮ ਕਾਂਡੀ ਵਿਖਾਵੇ। ਵੀ ਅਸੀਂ ਜੇ ਕਰਮ ਦੇ ਬਲ ਨਾਲ ਚਾਹੀਏ ਨਾ, ਵੀ ਹੁਣ ਮੈਂ ਮੰਨ ਲਓ ਮੈਂ ਦੀਵੇ ਜਗਾ ਕੇ ਇਹਦੇ ਨਾਲ ਭਗਵਾਨ ਦੀ ਜਿਹੜੀ ਮੈਂ ਸੇਵਾ ਕੀਤੀ ਕੋਈ ਨਹੀਂ ਕਰ ਸਕਦਾ, ਇਹਦੇ ਨਾਲ ਰੱਬ ਖੁਸ਼ ਹੋਇਆ, ਇਹਦੇ ਨਾਲ ਰੱਬ ਦੀ ਭਗਤੀ ਹੋਈ। ਨਹੀਂ, ਭਗਤੀ ਦਾ ਸੰਬੰਧ ਤੁਹਾਡੇ ਅੰਤਰ-ਆਤਮੇ, ਤੁਹਾਡੇ ਮਨ ਅਤੇ ਸੁਰਤ ਨਾਲ ਹੈ, ਦੀਵਿਆਂ ਨਾਲ ਨਹੀਂ। ਇਵੇਂ ਤਾਂ ਫਿਰ ਜਿਹੜਾ ਤੇਲ ਦੇ ਦੀਵੇ ਸਸਤੀਆਂ ਚੀਜ਼ਾਂ ਦੇ ਦੀਵੇ ਜਗਾ, ਜੇ ਕੋਈ ਸੋਨੇ ਦਾ ਦੀਵਾ ਜਗਾ ਲਵੇ ਕੀਮਤੀ ਘਿਓ ਪਾ ਕੇ, ਇਹਦੇ ਨਾਲ ਉਹਦੀ ਭਗਤੀ ਫਿਰ ਜ਼ਿਆਦਾ ਹੋ ਗਈ ਨਾ। ਕਿਉਂਕਿ ਜੇ ਕਰਮ ਦੇ ਜਿਹੜੇ ਸਾਧਨ ਰਾਹੀਂ ਕਰਮ ਹੋਣਾ, ਫਿਰ ਉਹ ਸਾਧਨ ਦਾ ਵੀ ਭੇਦ ਸਮਝਣੇ ਪੈਣਗੇ, ਵੀ ਕੋਈ ਸਾਧਨ ਸਸਤਾ ਹੈ, ਕੋਈ ਉਸ ਤੋਂ ਮਹਿੰਗਾ, ਕੋਈ ਸਭ ਤੋਂ ਮਹਿੰਗਾ। ਇਸ ਕਰਕੇ ਗੁਰੂ ਪਾਤਸ਼ਾਹ ਨੇ ਬਾਣੀ 'ਚ ਕਿਹਾ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਸਾਰੇ ਕਰਮ ਕਾਂਡੀ ਵਿਖਾਵੇ ਵਿਅਰਥ ਹਨ। ਝੂਠੇ ਦਾ ਮਤਲਬ ਵਿਅਰਥ, ਕਿਸੇ ਲੇਖੇ ਨੇ। ਉਹਦੇ ਨਾਮ ਤੋਂ ਬਾਝੋ। ਨਾਮ ਹੀ ਸਭ ਤੋਂ ਉੱਤਮ ਮਾਰਗ ਹੈ। ਉਹਦੇ ਹੋਣ ਦਾ ਅਹਿਸਾਸ ਕਰਨਾ ਹੀ ਸਭ ਤੋਂ ਵੱਡੀ ਗੱਲ ਹੈ। ਜੇ ਚੰਦ ਘੜੀਆਂ ਮਨੁੱਖ ਦੀਵਿਆਂ ਦੀ ਆਰਤੀ ਕਰ, ਫਿਰ ਰੱਬ ਨੂੰ ਭੁੱਲਿਆ ਹੀ ਫਿਰੇ। ਉੱਥੇ ਤੇ ਰੱਬ ਉੱਚੀ ਉੱਚੀ ਕਰ ਲੈ, ਫਿਰ ਰੱਬ ਦਾ ਚੇਤਾ ਹੀ ਨਾ ਆਵੇ। ਬੰਦਾ ਆਪਣੀ ਆਦਤ, ਆਪਣਾ ਸੁਭਾਅ, ਆਪਣੇ ਸੰਸਕਾਰ ਤੇ ਵਿਚਾਰ, ਆਪਣੀ ਬਿਰਤੀ ਹੀ ਨਾ ਬਦਲੇ, ਤੇ ਕੀ ਉਹਦੀ ਉਹ ਭਗਤੀ ਮੰਨੀ ਜਾਏਗੀ ਜਾਂ ਉਹਦਾ ਵਿਖਾਵਾ ਮੰਨਿਆ ਜਾਏਗਾ? ਉਹ ਚੰਦ ਘੜੀਆਂ ਵੀ ਕੀਤਾ ਹੋਇਆ, ਉਹਦਾ ਵਿਖਾਵਾ ਮਾਤਰ ਹੀ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਅੱਗੇ ਬਖਸ਼ਿਸ਼ ਕਰਦੇ ਨੇ, ਨਾਮ ਤੇਰੋ ਆਸਨੋ, ਨਾਮ ਤੇਰੋ ਉਰਸਾ, ਨਾਮ ਤੇਰੋ ਕੇਸਰੋ ਲੈ ਛਿਟਕਾਰ। ਊਨ ਆਦਿਕ ਜਾਂ ਕੋਈ ਖਾਸ ਚੀਜ਼ ਦਾ ਬਣਿਆ ਹੋਇਆ ਜਿਹੜਾ ਆਸਣ ਹੈ, ਜਿਹਦੇ ਉੱਤੇ ਬੈਠ ਕੇ ਪੁਜਾਰੀ ਜਿਹੜਾ ਹੈ ਉਹ ਤਥਾ ਕਥਿਤ ਭਗਵਾਨ ਮੂਰਤੀ ਦੇ ਸਾਹਮਣੇ ਉਹਦੀ ਪੂਜਾ ਕਰਦਾ, ਉਹਨੂੰ ਆਸਣ ਕਹਿੰਦੇ ਨੇ। ਮੇਰੇ ਲਈ ਉਹ ਆਸਣ ਤੇਰਾ ਨਾਮ ਹੀ ਹੈ। ਤੈਨੂੰ ਖੁਸ਼ ਕਰਨ ਲਈ ਕੋਈ ਖਾਸ ਆਸਣ ਨਹੀਂ ਵਿਛਾਉਣਾ ਪੈਂਦਾ ਮੈਨੂੰ, ਕਿਉਂਕਿ ਆਸਣ ਦੇ ਵੀ ਭੇਦ ਨੇ ਨਾ। ਜੇ ਤਾਂ ਵੈਸੇ ਤਾਂ ਬੰਦੇ ਨੇ ਕਿਤੇ ਵੀ ਬੈਠਣਾ, ਉਹਨੇ ਆਪਣੀ ਸਹੂਲਤ ਲਈ ਕੋਈ ਵੀ ਚੀਜ਼ ਰੱਖਣੀ ਆ, ਵੀ ਮੈਂ ਕਿਵੇਂ ਬੈਠਣਾ, ਕਿਹੋ ਜਿਹੀ ਥਾਂ ਮੈਨੂੰ ਚਾਹੀਦੀ ਹੈ, ਕਿਹੋ ਜਿਹਾ ਵਸਤਰ ਸਾਫ਼ ਚਾਹੀਦਾ। ਪਰ ਹੁਣ ਜੇ ਕੋਈ ਆਖੇ ਨਹੀਂ, ਉੱਨ ਦੇ ਵਸਤਰ ਦੇ ਉੱਤੇ ਬਹਿ ਕੇ ਜੇ ਤੂੰ ਭਗਤੀ ਕਰੇ ਤਾਂ ਉਹ ਜ਼ਿਆਦਾ ਪ੍ਰਵਾਨ ਹੁੰਦੀ ਹੈ ਦੂਜੇ ਵਸਤਰ ਨਾਲੋਂ। ਆਹ ਚੀਜ਼ ਦੇ ਉੱਤੇ ਬੈਠ ਕੇ ਜੇ ਤੂੰ ਭਗਤੀ ਕਰੇ, ਇਹੋ ਜਿਹਾ ਆਸਣ ਹੋਵੇ ਤੇਰਾ ਬਹਿਣ ਵਾਲਾ, ਫੇਰ ਤੇਰੀ ਭਗਤੀ ਜ਼ਿਆਦਾ ਵਧੀਆ ਹੈ। ਉਹਦਾ ਪਰਮੇਸ਼ਰ ਦੀ ਬੰਦਗੀ ਨਾਲ ਕੀ ਤਾਲੁਕ ਹੈ, ਕੀ ਸੰਬੰਧ ਹੈ? ਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ, ਧੂੜੀ ਵਿੱਚ ਲੜੰਦੜੀ ਸੋਹਾਂ ਨਾਨਕ ਤੈਸ਼ਾ ਨਾਲ। ਤੂੰ ਮੇਰੇ ਨਾਲ ਹੋਵੇਂ, ਤੇਰਾ ਪ੍ਰੇਮ ਮੇਰੇ ਹਿਰਦੇ ਵਿੱਚ ਹੋਵੇ, ਤੇ ਮੈਨੂੰ ਖਾਕ ਵਿੱਚ ਰਹਿਣਾ ਵੀ ਪਸੰਦ ਹੈ। ਮੈਨੂੰ ਖਾਕ ਵਿੱਚ ਰਹਿਣਾ ਵੀ, ਮਿੱਟੀ ਵਿੱਚ ਰਹਿਣਾ ਵੀ ਪਸੰਦ ਹੈ। ਭਾਵ ਹੈ ਕਿ ਬਿਨਾਂ ਸਾਧਨਾ ਤੋਂ ਵੀ ਜੇ ਤੂੰ ਮੇਰੇ ਹਿਰਦੇ ਵਿੱਚ ਹੈ ਤੇ ਮੇਰੇ ਲਈ ਸਭ ਕੁਝ ਹੈ। ਉਰਸਾ ਕਹਿੰਦੇ ਨੇ ਉਹ ਪੱਥਰ ਦੀ ਸਿੱਲ ਨੂੰ ਜਿਹਦੇ ਉੱਤੇ ਰੱਖ ਕੇ ਚੰਦਨ ਨੂੰ ਰਗੜਿਆ ਜਾਂਦਾ, ਉਹਨੂੰ ਉਰਸਾ ਕਹਿੰਦੇ ਨੇ। ਤੇ ਉਹਨੂੰ ਰਗੜ ਕੇ ਮੱਥੇ ਤੇ ਲਾਇਆ ਜਾਂਦਾ ਹੈ, ਫਿਰ ਉਹਦਾ ਛਿੜਕਾਓ ਕੀਤਾ ਜਾਂਦਾ ਹੈ ਚੰਦਨ ਦਾ। ਤੇਰਾ ਨਾਮ ਹੀ ਮੇਰੇ ਲਈ ਉਰਸਾ ਹੈ, ਤੇਰਾ ਨਾਮ ਹੀ ਮੇਰੇ ਲਈ ਕੇਸਰ ਹੈ, ਜਿਹਦਾ ਮੈਂ ਤੇਰੇ ਤੇ ਛਿੜਕਾਅ ਕਰਦਾ। ਹੋਰ ਤੂੰ ਕਿਸੇ ਵਸਤੂ ਨਾਲ, ਪਦਾਰਥ ਨਾਲ ਥੋੜ੍ਹਾ ਖੁਸ਼ ਹੋਣ ਵਾਲਾ ਹੈ। ਜਦ ਤੇ ਕਿਸੇ ਪਦਾਰਥ ਨਾਲ ਰਾਹੀਂ ਤੇਰੇ ਨਾਲ ਥੋੜ੍ਹਾ ਸਾਂਝ ਬਣਦੀ ਹੈ। ਨਾਮ ਤੇਰੋ ਕੇਸਰੋ ਲੈ ਛਿਟਕਾਰੇ, ਨਾਮ ਤੇਰਾ ਅੰਬੋਲਾ। ਅੰਬ ਸੰਸਕ੍ਰਿਤ ਵਿੱਚ ਪਾਣੀ ਨੂੰ ਕਹਿੰਦੇ ਨੇ। ਅੰਬ ਹੈ ਸੇਤੀ, ਅੰਬ ਰਲਿਆ, ਐਸਾ ਸ਼ਬਦ ਵੀ ਆਉਂਦਾ ਹੈ। ਤੇਰਾ ਨਾਮ ਹੀ ਪਵਿੱਤਰ ਜਲ ਹੈ, ਕਿਉਂਕਿ ਪਾਣੀ ਚਾਹੀਦਾ ਤੇ ਉਹ ਵੀ ਸੁੱਚਾ ਚਾਹੀਦਾ, ਵੀ ਪਰਮੇਸ਼ਰ ਦੀ ਬੰਦਗੀ ਲਈ
ਮੂਰਤੀ ਭਗਵਾਨ ਦੀ ਪੂਜਾ ਲਈ ਸੁੱਚਾ ਜਲ ਲਿਆਓ। ਉਹਦੇ ਲਈ ਬਾਬਾ ਨਾਮਦੇਵ ਸਾਹਿਬ ਨੇ ਬੜਾ ਸੋਹਣਾ ਸ਼ਬਦ ਵਰਤਿਆ, ਕਹਿੰਦੇ ਨੇ 42 ਲੱਖ ਜੀ ਜਲ ਮੈਂ ਉਤੇ ਬੀਠਲ ਪਹਿਲਾ। ਕਹਿੰਦੇ ਪਾਣੀ ਤਾਂ ਸਾਫ਼ ਹੋ, ਸਾਡੀ ਤਕਨੀਕ ਹੈ ਨਾ, ਪਾਣੀ ਸਾਫ਼ ਹੋਵੇ, ਗੰਦਗੀ ਵਾਲਾ ਨਾ ਹੋਵੇ, ਵਰਤਣ ਯੋਗ ਹੋਵੇ, ਪੀਣ ਯੋਗ, ਇਹ ਤਾਂ ਹੋ ਸਕਦਾ। ਤੇ ਜਦੋਂ ਸ਼ਬਦ ਆ ਜਾਂਦਾ ਨਾ ਸੁੱਚਾ, ਉਹ ਨਹੀਂ ਹੋ ਸਕਦਾ। ਕਿੰਨਾ ਬੈਕਟੀਰੀਆ, ਕਿੰਨੇ ਸੈੱਲ, ਕਿੰਨੀਆਂ ਚੀਜ਼ਾਂ ਪਾਣੀ ਦੇ ਵਿੱਚ ਸੂਖਮ ਜੀਵ ਪੈਦਾ ਹੋ ਕੇ ਉਹਦੇ ਵਿੱਚ ਹੀ ਜੀਂਦੇ, ਉਹਦੇ ਵਿੱਚ ਹੀ ਮਰਦ, ਉਹ ਨਹੀਂ ਸੁੱਚਾ। ਸੁੱਚਾ ਤੇ ਹੋ ਹੀ ਨਹੀਂ ਸਕਦਾ ਨਾ। ਸਾਫ਼ ਹੋ ਸਕਦਾ, ਵਰਤਣ ਯੋਗ ਹੋ ਸਕਦਾ। ਉਹਨੂੰ ਕਹਿੰਦੇ ਨਾਮ ਤੇਰਾ ਅੰਬੁਲਾ, ਨਾਮ ਤੇਰੋ ਚੰਦਨੋ, ਨਾ ਘਸ ਜਾਪੇ ਨਾਮ ਲੈ ਤੁਝੈ ਕੋ ਚਾਰਿਆ। ਤੇਰਾ ਨਾਮ ਹੀ ਮੇਰੇ ਲਈ ਚੰਦਨ ਹੈ, ਜਿਹਦੀ ਸੁਗੰਧ ਕਦੇ ਮਿਟਦੀ ਨਹੀਂ। ਚੰਦਨ ਤਾਂ ਵਰਤਣ ਯੋਗ ਪਦਾਰਥ ਹੈ, ਵਰਤਿਆ ਜਾ ਸਕਦਾ, ਪਰ ਤੇਰੇ ਨਾਲ ਸਾਂਝ ਬਣਾਉਣ ਲਈ ਇਹ ਪਦਾਰਥ ਸਹਾਈ ਨਹੀਂ। ਇਹਦੀ ਸੁਗੰਧ ਅਖੀਰ ਮਿਟ ਜਾਂਦੀ ਹੈ, ਇਹਦੀ ਸੀਤਲਤਾ ਵੀ ਕੁਝ ਸਮਾਂ ਹੀ ਰਹਿੰਦੀ ਹੈ, ਫਿਰ ਦੁਬਾਰਾ ਇਹਦਾ ਲੇਪ ਕਰਨਾ ਪੈਂਦਾ ਮੱਥੇ 'ਤੇ ਅਗਲੇ ਦਿਨ। ਪਰ ਤੇਰੇ ਨਾਮ ਦੀ ਹਿਰਦੇ ਨੂੰ ਠੰਡਕ ਸਦਾ ਹੀ ਬਣੀ ਰਹਿੰਦੀ ਹੈ, ਅਤੇ ਇਹਦੀ ਸੀਤਲਤਾ ਅਤੇ ਸੁਗੰਧ ਨੂੰ ਕਦੇ ਕੋਈ ਖਤਮ ਨਹੀਂ ਕਰ ਸਕਦਾ। ਇਸ ਲਈ ਮੈਂ ਇਹੀ ਭੇਟਾ ਤੈਨੂੰ ਚੜਾਉਂਦਾ ਹਾਂ, ਮੇਰੇ ਲਈ ਇਹੀ ਚੰਦਨ ਹੈ, ਮੈਂ ਇਹੀ ਭੇਟਾ ਚੜਾਉਂਦਾ ਵੀ ਇਹੋ ਜਿਹਾ ਜੀਵਨ ਜੀ ਕੇ ਮੈਂ ਅਸਲ ਭੇਟ ਕਰਦਾ ਤੈਨੂੰ। ਨਾਮ ਤੇਰਾ ਦੀਵਾ, ਨਾਮ ਤੇਰੋ ਬਾਤੀ, ਨਾਮ ਤੇਰੋ ਤੇਲ ਲੈ ਮਾਹੇ ਪਸਾਰੇ। ਮੇਰੇ ਕੋਲ ਤੇਰਾ ਨਾਮ ਹੀ ਅਸਲ ਦੀਵਾ ਹੈ, ਨਾਮ ਦੀ ਹੀ ਬੱਤੀ ਲਾਉਂਦਾ ਹਾਂ, ਨਾਮ ਦਾ ਹੀ ਵਿੱਚ ਤੇਲ ਪਾਉਂਦਾ ਹਾਂ। ਫਿਰ ਅੱਗੇ ਸ਼ਬਦ ਵਰਤਦੇ ਹਨ ਕਿ ਇਹਦਾ ਹੁਣ ਵੇਖੋ ਨਾ, ਇਹਨੂੰ ਜਿੰਨੀਆਂ ਵੀ ਚੀਜ਼ਾਂ ਵਰਤੀਆਂ ਜਾਂਦੀਆਂ ਉਹਨਾਂ ਦਾ ਜ਼ਿਕਰ ਕਰਕੇ ਹਰ ਚੀਜ਼ ਦੇ ਉੱਤੇ ਇੱਕੋ ਹੀ ਚੀਜ਼ ਰੱਖੀ ਆ ਵੀ ਨਾਮ ਹੀ ਮੇਰੇ ਲਈ ਸਭ ਕੁਝ ਹੈ। ਇਹਦਾ ਪ੍ਰਕਾਸ਼ ਕਦੇ ਧੁੰਦਲਾ ਨਹੀਂ ਪੈਂਦਾ। ਤਾਂ ਅੱਗੇ ਸ਼ਬਦ ਵਰਤਦੇ ਹਨ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਜਿਆਰੋ ਭਵਨ ਸਗਲਾਵੇ। ਦੇਵੀਆਂ ਦੇ ਜਦੋਂ ਜਗਰਾਤੇ ਹੁੰਦੇ ਨਾ ਪੰਜਾਬ 'ਚ ਜਾਂ ਹੋਰ ਥਾਵਾਂ 'ਤੇ, ਤਾਂ ਉਹ ਵੱਡੇ ਮੰਦਰਾਂ ਤੋਂ ਜਗਦੀ ਜੋਤ ਲਿਆਉਂਦੇ। ਉਹ ਕਹਿੰਦੇ ਨੇ ਫਲਾਨੀ ਦੇਵੀ ਤੋਂ, ਫਲਾਣੇ ਮੰਦਰ ਤੋਂ ਜੋਤ ਲਿਆਂਦੀ ਹੈ। ਉਹ ਫਿਰ ਉਹ ਜੋਤ ਦੇ ਉੱਤੇ ਪੈਸੇ ਚੜ੍ਹਾਏ ਜਾਂਦੇ ਨੇ, ਉਹਨੂੰ ਮੱਥੇ ਟੇਕੇ ਜਾਂਦੇ ਨੇ, ਉਹਨੂੰ ਹੋਰ ਬੜਾ ਕੁਝ ਹੁੰਦਾ ਹੈ। ਉਹ ਤਾਂ ਇੱਕ ਪ੍ਰਕਾਸ਼ ਲਈ ਪੁਰਾਣੇ ਸਮੇਂ ਦਾ ਇੱਕ ਸਾਧਨ ਹੈ, ਚਾਨਣ ਲਈ ਵਰਤਿਆ ਜਾਂਦਾ ਸੀ। ਇੱਥੇ ਭਗਤ ਜੀ ਕੀ ਕਹਿੰਦੇ ਨੇ ਵੀ ਹੇ ਮੇਰੇ ਮਾਲਕ, ਤੈਨੂੰ ਚੇਤੇ ਕਰਨ ਲਈ ਜਾਂ ਤੇਰੇ ਨਾਲ ਸਾਂਝ ਬਣਾਉਣ ਲਈ ਮੇਰੇ ਕੋਲ ਅਸਲ ਜੋਤ ਕੀ ਹੈ, ਨਾਮ ਤੇਰੇ ਕੀ ਜੋਤ ਲਗਾਈ। ਭਇਓ ਉਜਿਆਰੋ, ਉਜਿਆਰੋ ਦਾ ਮਤਲਬ ਪ੍ਰਕਾਸ਼। ਭਵਨ ਸਗਲਾਰੇ, ਤੇਰੇ ਨਾਮ ਦੀ ਜੋਤ ਦਾ ਹੀ ਸਾਰੇ ਭਵਨਾਂ ਵਿੱਚ ਪ੍ਰਕਾਸ਼ ਹੈ। ਜਿਹਨੂੰ ਆਪਾਂ ਪੜ੍ਹਦੇ ਨਾ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ। ਉਹ ਜੋਤ ਸਾਨੂੰ ਕਿਤੇ ਵੀ ਨਜ਼ਰ ਹੀ ਨਹੀਂ ਆਉਂਦੀ, ਉਹਦਾ ਅਸੀਂ ਅਹਿਸਾਸ ਨਹੀਂ ਕਰਦੇ, ਜਿਹਦਾ ਚਾਨਣ ਸਾਰੀ ਕਾਇਨਾਤ ਵਿੱਚ ਹੈ। ਤੋ ਸ਼ਬਦ ਵਰਤੇ ਹਨ, ਕਹਿੰਦੇ ਨਾਮ ਤੇਰੋ ਤਾਗਾ, ਨਾਮ ਫੂਲ ਮਾਲਾ, ਭਾਰ 18 ਸਗਲ ਜੁਠਾਰੇ। ਨਾਮ ਹੀ ਮੇਰੇ ਲਈ ਧਾਗਾ ਹੈ, ਨਾਮ ਹੀ ਫੁੱਲਾਂ ਦੀ ਮਾਲਾ ਹੈ। ਭਾਰ 18, ਭਾਰ ਸ਼ਬਦ ਜਿਹੜਾ ਇਹਨੂੰ ਕਹਿੰਦੇ ਨੇ 20 ਤੜੀਆਂ ਤੇ ਕੱਚੇ 5 ਸੇਰ, ਕੱਚੇ 5 ਮਣ ਸੇਰ। ਜਾਨੀ ਕਿ ਪੁਰਾਣਾ ਵਿੱਚ ਲਿਖਿਆ ਵੀ ਜਿੰਨੀ ਕੁਦਰਤ ਦੀ ਬਨਸਪਤੀ ਉਹਦਾ ਇੱਕ ਇੱਕ ਪੱਤਾ ਤੋੜ ਲਿਆ ਜਾਏ। ਇਹ ਉਹਨਾਂ ਦਾ ਖਿਆਲ ਹੈ। ਗੁਰਮਤਾ ਕਹਿੰਦੀ ਵੀ ਬੇਅੰਤ ਹੈ, ਤੁਸੀਂ ਬਨਸਪਤੀ ਵੀ ਨਹੀਂ ਗਿਣ ਸਕਦੇ, ਪਰ ਇਹ ਉਹਨਾਂ ਦਾ ਖਿਆਲ ਹੈ ਵੀ ਸਾਰੀ ਬਨਸਪਤੀ ਦਾ ਇੱਕ ਇੱਕ ਪੱਤਾ ਤੋੜ ਲਿਆ ਜਾਏ ਨਾ, ਤੇ 18 ਭਾਰ ਬਣਦੇ ਨੇ, ਤੇ ਇੱਕ ਭਾਰ ਦੇ ਵਿੱਚ ਕੱਚੇ 5 ਮਣ ਹੁੰਦੇ ਨੇ, ਕੱਚੇ 5 ਮਣ। ਉਹ 18 ਭਾਰ। ਇਸ ਲਈ ਗੁਰੂ ਸਾਹਿਬ ਇੱਥੇ ਕਹਿੰਦੇ ਤੇਰਾ ਨਾਮ ਹੀ ਮੇਰੇ ਲਈ 18 ਭਾਰ ਹਨ, ਸਗਲ ਝੂਠਾਰੇ। ਪਰ ਮੈਂ ਮੰਨਦਾ ਵੀ ਸਾਰੇ ਹੀ ਝੂਠੇ ਨੇ, ਇਹਨਾਂ ਦੀ ਵਿਧੀ ਮੁਤਾਬਕ ਤਾਂ ਸੁੱਚਾ ਕੁਝ ਵੀ ਨਹੀਂ ਹੋਣਾ। ਆਪਾਂ ਜਪਜੀ ਸਾਹਿਬ ਜਦੋਂ ਪੜ੍ਹਦੇ ਉਹਦੇ 'ਚ ਵੀ ਬੰਨਾ ਪੁਰੀਆਂ ਭਾਰ, ਭਾਰ ਸ਼ਬਦ ਜਿਹੜਾ ਉਹਦਾ ਮਤਲਬ ਵੀ ਇੱਥੇ ਇਹੀ ਹੈ। ਤੇਰੋ ਕੀਆ ਤੁਝੈ ਕਿਆ ਅਰਪਉ, ਨਾਮ ਤੇਰਾ ਤੂੰ ਹੀ ਚਾਵਰ ਟੁਲਾਰੇ। ਇਹ ਵਾਹਿਗੁਰੂ ਸਭ ਤੇਰਾ ਹੀ ਪੈਦਾ ਕੀਤਾ, ਤੇਰਾ ਦਿੱਤਾ ਹੋਇਆ ਪੈਦਾ ਕੀਤਾ, ਇੱਕ ਖਾਸ ਵਿਧੀ ਨਾਲ ਰੱਖ ਕੇ ਮੈਂ ਆਖਾਂ ਵੀ ਮੈਂ ਭੇਟ ਕੀਤਾ ਹੈ।
ਮੇਰਾ ਉਹਦੇ ਵਿੱਚ ਕੀ ਹੈ? ਪੈਦਾ ਕਰਨ ਵਾਲਾ ਤੂੰ, ਸਿਰਜਣ ਵਾਲਾ ਤੂੰ, ਦਾਤਾਂ ਤੇਰੀਆਂ, ਵਸਤੂਆਂ ਤੇਰੀਆਂ। ਉਹ ਕਿਹੜੀ ਚੀਜ਼ ਹੈ ਜਿਹੜੀ ਤੇਰੀ ਨਹੀਂ ਤੇ ਮੈਂ ਤੈਨੂੰ ਭੇਟਾ ਕਰ ਸਕਾਂ? ਸਭ ਕੁਝ ਹੀ ਤਾਂ ਤੇਰਾ। ਤੇਰੋ ਕੀਆ ਤੁਝੇ ਕਿਆ ਰਪੋ, ਨਾਮ ਤੇਰਾ ਤੂੰ ਹੀ ਚਵਰ ਢੁਲਾਰੇ। ਤੇਰਾ ਨਾਮ ਹੀ ਅਸਲ ਚੌਰ ਹੈ ਜਿਹੜਾ ਸਦਾ ਤੇਰੇ ਤੇ ਝੁੱਲ ਰਿਹਾ। ਤੇਰਾ ਨਾਮਣਾ, ਤੇਰੀ ਵਡਿਆਈ, ਤੇਰੀ ਪ੍ਰਭਤਾ ਸਦੀਵ ਕਾਲ ਹੈ। 10 8 8 ਸਠੇ ਚਾਰੇ ਖਾਣੀ। 10 8 ਦਾ ਮਤਲਬ ਹੈ 8 ਤੇ 10 18 ਪੁਰਾਣ। ਚਾਰੇ ਖਾਣੀਆਂ ਅੰਡ ਜੇਰ ਸੇਤਜ ਉਤ ਪੁਜ। 8 ਸਠੇ ਦਾ ਮਤਲਬ 68 ਤੀਰਥ। ਇਹ ਹੈ ਵਰਤਨ ਹੈ ਸਗਲ। ਸਾਰਾ ਸੰਸਾਰ ਇਹੋ ਜਿਹੇ ਵਰਤਨ ਵਲੇਵੇਂ 'ਚ, ਜਾਨੀ ਕਿ ਇਹਨਾਂ ਜੰਜਾਲਾਂ 'ਚ ਹੀ ਫਸਿਆ। 68 ਤੀਰਥਾਂ ਤੇ 4 ਖਾਣੀਆਂ ਦੇ ਭੇਦਾਂ ਵਿੱਚ ਤੇ ਉਹਨਾਂ ਦੀਆਂ ਗਿਣਤੀਆਂ ਕਰਨ ਲੱਗਿਆ ਹੋਇਆ ਤੇ 18 ਪੁਰਾਣਾਂ ਦੀਆਂ ਕਥਾਵਾਂ ਦੇ ਉੱਤੇ ਯਕੀਨ ਕਰ ਕਰਕੇ ਬਸ ਉਹਦੇ ਵਿੱਚ ਹੀ ਉਲਝਿਆ ਪਿਆ। ਕੋਈ ਕਿਸੇ ਰਾਹ ਤੇ ਤੁਰਿਆ, ਕੋਈ ਕਿਸੇ ਰਾਹ ਤੇ ਤੁਰਿਆ। ਪਰ ਹੁਣ ਨਿਰਣਾ ਕਰਦੇ ਆਖਦੇ ਨੇ, ਕਹਿ ਰਵਿਦਾਸ ਨਾਮ ਤੇਰੋ ਆਰਤੀ। ਹੇ ਰਵਿਦਾਸ ਆਖ, ਪਰਮੇਸ਼ਰ ਦਾ ਨਾਮ ਹੀ ਮੇਰੇ ਲਈ ਅਸਲ ਆਰਤੀ ਹੈ। ਸਤਨਾਮ ਹੈ ਹਰ ਭੋਗ ਤੁਹਾਰੇ। ਤੇਰਾ ਨਾਮ ਸਦੀਵ ਕਾਲ ਸਤ ਹੈ, ਤੇਰੀ ਹੋਂਦ ਸਦੀਵ ਕਾਲ ਕਾਇਮ ਹੈ। ਤੂੰ ਆਦ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ ਹੈ। ਇਹੀ ਤੈਨੂੰ ਅਸਲ ਭੋਗ ਹੈ। ਇਹ ਮੰਨ ਲੈਣਾ ਹੀ ਤੈਨੂੰ ਅਸਲ ਭੋਗ ਲਵਾਉਣਾ ਹੈ। ਇਹ ਮੰਨ ਲੈਣਾ ਹੀ ਤੈਨੂੰ ਅਸਲ ਨੈਵੇਦ ਕਰਨਾ ਹੈ। ਸਾਹਿਬ ਕਿਰਪਾ ਕਰਨ, ਇਹ ਪਾਵਨ ਉਪਦੇਸ਼ ਸਾਡੇ ਸਭਨਾਂ ਦੇ ਮਨ ਹਿਰਦੇ ਵਿੱਚ ਵਸੇ। ਗਰੀਬ ਨਵਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।